ਬੱਬੂ ਮਾਨ ਦਾ ਇੱਕ ਗਾਣਾ ਹੈ, ਇਸੇ ਲਈ ਪਾਇਆ ਤੈਨੂੰ ਖਤ ਸੱਜਣਾ, ਸਾਡੇ ਪਿੰਡ ਹੈਣੀ ਟੈਲੀਫੋਨ ਸੋਹਣਿਆ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਪ੍ਰਵੀਨ ਸ਼ਰਮਾ। ਤੁਸੀਂ ਦੇਖ ਰਹੇ ਹੋ CPC TV ਦਾ ਖਾਸ ਪ੍ਰੋਗਰਾਮ ਟੀਕਾ ਟਿੱਪਣੀ। ਗੱਲ ਬੱਬੂ ਮਾਨ ਦੇ ਗਾਣੇ ਦੀ ਨਹੀਂ ਸੀ ਕਰਨੀ, ਗੱਲ ਟੈਲੀਫੋਨ ਦੀ ਕਰਨੀ ਸੀ। ਭਗਵੰਤ ਮਾਨ ਤੋਂ ਜਵਾਬ ਲਗਾਤਾਰ ਮੰਗਿਆ ਜਾ ਰਿਹਾ। ਹਾਂ ਭਾਈ ਦੱਸੋ, ਕਦੋਂ ਆਇਆ ਸੀ ਅਮਿਤ ਸ਼ਾਹ ਦਾ ਫੋਨ? ਪਰ ਹੁਣ ਦੱਸਦੇ ਆ ਗੱਲ ਕਿਸਾਨੀ ਤੱਕ ਕੱਪੜ ਗਈ ਹੈ। ਕੁਝ ਕਿਸਾਨ ਆਗੂਆਂ ਨੂੰ ਵੀ ਫੋਨ ਆਇਆ ਅਮਿਤ ਸ਼ਾਹ ਦਾ। ਅਮਿਤ ਸ਼ਾਹ ਦੀ ਕੀ ਦਿਲਚਸਪੀ ਹੋ ਸਕਦੀ ਹੈ ਕਿਸਾਨ ਆਗੂਆਂ ਦੀ? ਨਹੀਂ, ਆਗੂਆਂ ਦੇ ਵਿੱਚ, ਪਰ ਨਹੀਂ, ਪੰਜਾਬ ਦੀ ਸੱਤਾ ਦੇ ਵਿੱਚ ਜ਼ਰੂਰ ਦਿਲਚਸਪੀ ਹੈ। ਇਸੇ ਗੱਲ ਨੂੰ ਹੀ ਤਹਿ ਤੱਕ ਜਾਵਾਂਗੇ ਤੇ ਇਸੇ ਗੱਲ ਨੂੰ ਹੀ ਤਫਸੀਲ ਦੇ ਨਾਲ ਤੁਹਾਨੂੰ ਦੱਸਾਂਗੇ। ਉਸ ਤੋਂ ਬਾਅਦ ਚਰਚਾ ਪੰਜਾਬ ਦੇ ਹੋਰ ਭਖਦੇ ਮਸਲਿਆਂ ਦੀ ਕਰਾਂਗੇ। ਗੱਲ ਕਾਰਪੋਰੇਟ ਘਰਾਣਿਆਂ ਦੀ ਜਾਂ ਕਾਰਪੋਰੇਟ ਲੌਬੀ ਦੀ ਕਰਾਂਗੇ। ਕਿਸਾਨਾਂ ਨੂੰ ਫਸਾਉਣ ਤੁਰੇ ਸੀ ਪਰ ਆਪ ਫਸ ਗਏ। ਸਮਾਂ ਗਵਾਏ ਬਿਨਾਂ ਜੁੜਦੇ ਹਾਂ ਮਿੰਟੂ ਗੁਰਸੇਗਾ ਜੀ ਦੇ ਨਾਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਤੇ ਪੜ੍ਹ ਰਿਹਾ ਸੀ, ਮੈਂ ਕਿਹਾ ਚਲੋ ਬੜੀ ਗੰਭੀਰਤਾ, ਆਮ ਵੀ ਬੜੀ ਸੰਜੀਦਗੀ ਦੇ ਵਿੱਚ ਤੁਸੀਂ ਰਹਿੰਦੇ, ਚਲੋ ਲਾਈਟ ਤਰੀਕੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਵੇ। ਮੈਂ ਗਾਣੇ ਤੋਂ ਕਰ ਬੈਠਾ। ਮਿੰਟੂ ਜੀ, ਭਗਵੰਤ ਮਾਨ ਵਾਲੀ ਗੱਲ ਨੂੰ ਹਲੇ ਲੋਕ ਤਹਿ ਤੱਕ ਜਾ ਹੀ ਰਹੇ ਸੀਗੇ। ਆਹ ਮਾਜਰਾ ਕੀ ਹੈ ਵੀ ਕਿਸਾਨਾਂ ਨੂੰ ਵੀ ਫੋਨ ਆਉਂਦੇ ਆ? ਨਹੀਂ, ਲਾਈਟ ਮੋਡ 'ਚ ਵੀ ਜਾਣਾ ਚਾਹੀਦਾ। ਹਾਂਜੀ। ਤੇ ਹਰਭਜਨ ਮਾਨ ਦਾ ਵੀ ਗਾਣਾ ਹੈਗਾ ਨਾ, ਕੱਲ ਸੱਜਣਾ ਦੀ ਆਈ ਹੈ ਕਾਲ ਜਲੰਧਰ ਤੋਂ। ਤੇ ਇੱਥੇ ਜਿਹੜੀ ਕਾਹਲ ਆ ਉਹ ਦਿੱਲੀ ਤੋਂ ਆਈ ਹੈ, ਇਸ ਕਰਕੇ ਜ਼ਿਆਦਾ ਚਰਚਾ ਆ। ਅੱਛਾ, ਇਹਦੇ ਵਿੱਚ ਹੁਣ ਮੀਡੀਆ ਨੇ ਜਿਹੜਾ ਦਾਅਵਾ ਕੀਤਾ, ਨੈਸ਼ਨਲ ਅਖਬਾਰ ਜੇ ਤੁਸੀਂ ਅੱਜ ਦੇ ਫੋਲੋਗੇ ਨਾ, ਤੇ ਉਹਦੇ ਵਿੱਚ ਇਹ ਖਬਰ ਜਿਹੜੀ ਆ ਛਪੀ ਆ। ਦੋ ਖਬਰਾਂ ਨੇ। ਇੱਕ ਤੇ ਇੱਕ ਨਿਹੰਗ ਸਿੰਘਾਂ ਦੀ ਜਥੇਬੰਦੀ ਆ, ਉਹਨੇ ਆਪਣਾ ਸਮਾਨ ਉੱਥੋਂ ਸਮੇਟਿਆ ਵਾ। ਉਹ ਖਬਰ ਜਿਹੜੀ ਆ ਨਾ, ਤਕਰੀਬਨ ਤੁਸੀਂ ਦੇਖੋਗੇ ਕਿ ਨੈਸ਼ਨਲ ਅਖਬਾਰਾਂ 'ਚ ਹੈ ਕੀ ਆ। ਸੈਕੰਡ ਖਬਰ ਜਿਹੜੀ ਆ ਉਹ ਕਿਸਾਨ ਅੰਦੋਲਨ ਦੇ ਮੁਤਲਕ ਇਹ ਆ ਕਿ ਬੈਕਡੋਰ ਕਹਿ ਲਓ ਕਿ ਗੱਲਬਾਤ ਜਿਹੜੀ ਆ ਚੱਲੀ ਆ। ਜਦੋਂ ਇਸ ਤਰ੍ਹਾਂ ਗੱਲਬਾਤ ਚੱਲਦੀ, ਇੱਕ ਮਾਹੌਲ ਤੇ ਬਣਾਇਆ ਹੀ ਜਾਂਦਾ ਹੈ ਨਾ। ਹਾਂਜੀ, ਕਿ ਜੇ ਆਪਾਂ ਕਿਸੇ ਟੇਬਲ ਤੇ ਬੈਠਣਾ ਵਾ ਤਾਂ ਦੇਖੋ ਗੱਲਬਾਤ ਤੇ ਪਹਿਲਾਂ ਹੋਏਗੀ ਨਾ, ਭਾਈ ਇਸ ਵੇਲੇ ਬੈਠਾ। ਔਰ ਇਹਦੀ ਕਹਿ ਲਓ ਕਿ ਸ਼ਾਦੀ ਵੀ ਭਰਦੇ ਆ ਕਿਸਾਨ ਆਗੂ, ਔਰ ਇਹਦੀ ਪੁਸ਼ਟੀ ਵੀ ਕਰਦੇ ਆ ਕਿ ਸਾਡੀ ਗੱਲਬਾਤ ਚੱਲਦੀ ਰਹਿੰਦੀ ਹੈ ਮਸਲਸਲ। ਇਹਦੇ ਚ ਕੋਈ ਇਹ ਨਹੀਂ ਹੈਗਾ ਕਿ ਕੋਈ ਵਿਕ ਗਿਆ, ਕੋਈ ਜਿਹੜਾ ਉਹ ਤਿਲਕ ਗਿਆ, ਐਸਾ ਨਹੀਂ ਹੁੰਦਾ। ਧਿਰਾਂ ਤਾਂ ਦੋਨੇ ਦੇਸ਼ ਦੀਆਂ ਨੇ। ਹਾਂਜੀ, ਉਹ ਆਪ ਹੀ ਮੰਨਦੇ ਆ। ਮੈਂ ਪਰਸੋਂ ਵੀ ਸੁਣਦਾ ਪਿਆ ਸੀ ਇੱਕ ਕਿਸਾਨ ਆਗੂ ਨੂੰ, ਉਹ ਕਹਿੰਦਾ ਕਿ ਬਹੁਤ ਸਾਰੇ ਅਧਿਕਾਰੀ ਆਉਂਦੇ ਆ ਸਾਡੇ ਕੋਲ, ਬਹੁਤ ਸਾਰੇ ਮਾਹਰ ਆਉਂਦੇ ਆ, ਗੱਲਬਾਤਾਂ ਆਉਂਦੀਆਂ ਰਹਿੰਦੀਆਂ, ਅਸੀਂ ਆਪਣੇ ਵਿਚਾਰ ਰੱਖਦੇ ਆ, ਉਹ ਆਪਣੀਆਂ ਪੇਸ਼ਕਸ਼ਾਂ ਰੱਖਦੇ ਨੇ ਜੀ। ਖੈਰ, ਹੁਣ ਜਿਹੜਾ ਦਾਅਵਾ ਕੀਤਾ ਗਿਆ ਵਾ ਉਹਦੇ ਚ ਇਹ ਕਿਹਾ ਗਿਆ ਕਿ ਇੱਕ ਆਗੂ ਨੂੰ ਬਕਾਇਦਾ ਅਮਿਤ ਸ਼ਾਹ ਨੇ ਫੋਨ ਕੀਤਾ। ਅੱਗੇ ਤਾਂ ਆਮ ਤੌਰ ਤੇ ਆਪਾਂ ਦੇਖ ਸਕਦੇ ਹਾਂ ਕਿ ਜੇਕਰ ਮੀਟਿੰਗਾਂ ਦਾ ਮੁੱਢ ਵੱਜਿਆ ਤਾਂ ਉਹ ਪਹਿਲਾਂ ਜਿਹੜਾ ਖੇਤੀ ਮੰਤਰਾਲਾ ਹੈ ਉਹ ਇਨਵੋਲਵ ਹੁੰਦਾ ਹੈ, ਸੈਕਟਰੀ ਪੱਧਰ ਦੇ ਅਧਿਕਾਰੀ ਇਨਵੋਲਵ ਹੁੰਦੇ, ਉਸ ਤੋਂ ਬਾਅਦ ਫਿਰ ਕੇਂਦਰੀ ਵਜ਼ੀਰ ਜਿਹੜੇ ਆ ਉਹ ਟੇਬਲ ਤੇ ਬੈਠਦੇ ਨੇ। ਏਦਾਂ ਹੀ ਇੱਕ ਮਤਲਬ ਕਿ ਪ੍ਰੋਸੈਸ ਚੱਲਦਾ ਵਾ। ਤੇ ਐਤਕੀ ਜਿਹੜਾ ਕਿਹਾ ਅਮਿਤ ਸ਼ਾਹ ਬਾਰੇ, ਉਹ ਸਾਫ਼ ਤੌਰ ਤੇ ਜ਼ਾਹਰ ਕਰਦਾ ਹੈ ਕਿ ਕੇਂਦਰ ਸਰਕਾਰ ਛੇਤੀ ਤੋਂ ਛੇਤੀ ਇਸ ਅੰਦੋਲਨ ਨੂੰ ਇੱਕ ਪਾਸੇ ਕਰਨਾ ਚਾਹੁੰਦੀ ਹੈ। ਮਤਲਬ ਕਿ ਅਮਿਤ ਸ਼ਾਹ, ਹਾਂਜੀ, ਮੈਨੂੰ ਇਉਂ ਲੱਗਦਾ ਕਿ ਅਮਿਤ ਸ਼ਾਹ ਨੇ ਖੁਦ ਕਮਾਂਡ ਸਰੀ ਹੈ ਨਾ ਜਿਹੜੀ, ਉਹ ਆਪਣੇ ਹੱਥ 'ਚ ਲੈ ਲਈ ਲੱਗਦੀ ਹੈ। ਕਿਉਂਕਿ ਇੱਕ ਅਖਬਾਰ ਨੇ ਬਕਾਇਦਾ ਉਸ ਲੀਡਰ ਦਾ ਨਾਂ ਵੀ ਉਜਾਗਰ ਕੀਤਾ, ਯੁੱਧਵੀਰ ਦਾ। ਯੁੱਧਵੀਰ ਜੇ ਤੁਸੀਂ ਵੇਖੋਗੇ ਉਹ UP ਤੋਂ ਹੀ ਆ। ਠੀਕ ਹੈ, ਮਤਲਬ ਕਿ ਰਕੇਸ਼ ਟਕੈਤ ਹੋਰਾਂ ਦੇ ਸੰਗਠਨ ਦਾ ਹੈ। ਔਰ ਜਦੋਂ ਆਪਾਂ ਹੁਣ ਗੱਲਬਾਤ ਕਰ ਰਹੇ ਹਾਂ, ਹੁਣ ਤਾਂ ਵੇਖੀਏ ਤਾਂ ਅਖਬਾਰਾਂ ਜੇ ਆਈਆਂ ਤਾਂ ਰਾਤ ਦੇ 12 ਵਜੇ ਅਖਬਾਰਾਂ ਜਿਹੜੀਆਂ ਇੱਕ ਤਰ੍ਹਾਂ ਨਾਲ ਕਹਿ ਲਓ ਰਿਲੀਜ਼ ਹੋ ਜਾਂਦੀਆਂ, ਸਵੇਰੇ 6 ਵਜੇ ਸਾਡੇ ਹੱਥਾਂ 'ਚ ਪਹੁੰਚ ਜਾਂਦੀਆਂ। ਬਾਅਦ ਦੁਪਹਿਰ ਤੱਕ ਕੋਈ ਉਧਰੋਂ ਖੰਡਨ ਨਹੀਂ ਆਇਆ। ਮਤਲਬ ਕਿ ਜਿਹੜਾ ਕਿਸਾਨ ਆਗੂ ਦਾ ਜ਼ਿਕਰ ਕੀਤਾ ਜਾ ਰਿਹਾ ਉਹਦੇ ਵੱਲੋਂ ਕੋਈ ਖੰਡਨ ਨਹੀਂ ਆਇਆ ਹੁਣ ਤੱਕ। ਇਹਦਾ ਮਤਲਬ ਹੈ ਕਿ ਗੱਲ ਜਿਹੜੀ ਹੈ ਉਹ ਕੱਲੀ ਹਵਾਈ ਨਹੀਂ ਹੈ। ਤਾਂ ਇਹਦਾ ਹੁਣ ਸਿੱਟਾ ਇਹੋ ਹੀ ਨਿਕਲਦਾ ਹੈ ਕਿ ਜਿਹੜੀ 7 ਵਾਲੀ ਮੀਟਿੰਗ ਰੱਖੀ ਹੈ SKM ਨੇ, ਸ਼ਾਇਦ ਉਹ ਟੈਲੀਫੋਨ ਇਸੇ ਕਰਕੇ ਆਇਆ ਕਿ ਉਸ ਮੀਟਿੰਗ ਤੋਂ ਪਹਿਲਾਂ ਗੱਲ ਜਿਹੜੀ ਹੰਨੇ ਬੰਨੇ ਲਾ ਦਿੱਤੀ ਜਾਵੇ। ਨੁਕਤੇ ਦੋ ਨੇ। ਮਤਲਬ ਕਿ ਇੱਕ ਤੇ ਆ ਕਿ ਕਿਸਾਨਾਂ ਦੇ ਪਰਚੇ ਜਿਹੜੇ ਆ ਉਹ ਰੱਦ ਹੋਣੇ ਚਾਹੀਦੇ ਆ। ਦੂਸਰਾ ਮੁਆਵਜ਼ੇ ਦਾ, ਕਿਉਂਕਿ ਜਿਹੜੀ MSP ਦੀ ਆ ਉਹ ਗੱਲ ਤੇ ਤੱਤ-ਫੱਟ ਨਿਬੜਨੀ ਨਹੀਂ ਹੈ। ਉਹ ਤੇ ਗੱਲ, ਹਾਂਜੀ, ਉਹ ਤੇ ਗੱਲ, ਹਾਂਜੀ, ਉਹ ਤਾਂ ਕਮੇਟੀ ਤੇ ਚਲੇਗੀ ਨਾ ਗੱਲ। ਇਹਨਾਂ ਨੇ ਕੋਆਰਡੀਨੇਟ ਕਰਨ ਵਾਸਤੇ 5 ਬੰਦੇ ਜਿਹੜੇ ਆ ਉਹ ਤੈਅ ਕਰ ਦਿੱਤੇ ਕਿ ਇਹ ਬੰਦੇ ਜਿਹੜੇ ਆ ਉਹ ਸਰਕਾਰ ਦੇ ਨਾਲ ਗੱਲ ਕਰਨਗੇ। ਉਹਨਾਂ ਦੇ ਵਿੱਚ ਵੀ ਯੁੱਧਵੀਰ ਦਾ ਸ਼ਾਇਦ ਮੇਰੇ ਖਿਆਲ ਦੇ ਨਾਲ ਨਾਮ ਹੈਗਾ। ਠੀਕ ਹੈ। ਅੱਛਾ, ਹੁਣ ਜਿਹੜੀ ਗੱਲ ਅੜਦੀ ਹੈ ਹਾਲ ਦੀ ਘੜੀ, ਉਹ ਅੜਦੀ ਹੈ ਥੋੜੀ ਜਿਹੀ ਮੁਆਵਜ਼ੇ ਤੇ।
ਠੀਕ ਹੈ, ਕੇਸ ਤੇ ਰੱਦ ਕਰਵਾਉਣਾ ਉਹਨਾਂ ਦਾ ਮੇਰੇ ਖਿਆਲ ਦੇ ਨਾਲ ਖੱਬੇ ਹੱਥ ਦਾ ਵੀ ਨਹੀਂ ਕਹਿ ਸਕਦੇ, ਚੁਟਕੀ ਦਾ ਕੰਮ ਆ। ਚੁਟਕੀ ਦਾ ਕੰਮ ਹੈ। ਹੁਣ ਜਿਹੜੀ ਗੱਲ ਅੜਦੀ ਆ ਮੁਆਵਜ਼ੇ ਦੀ ਅੜਦੀ ਆ, ਉਹ ਕਹਿੰਦੇ ਜੀ ਕਿ ਕੁਛ ਜਿਵੇਂ ਪੰਜਾਬ ਦੇ ਕਿਸਾਨ ਜਿਹੜੇ ਸ਼ਹੀਦ ਹੋਏ ਨੇ ਇਸ ਅੰਦੋਲਨ 'ਚ, ਉਹਨਾਂ ਨੂੰ ਮੁਆਵਜ਼ਾ ਪੰਜਾਬ ਸਰਕਾਰ ਨੇ ਦਿੱਤਾ ਕਿ ਜਿਹੜੀਆਂ ਲੋਕਲ ਸਰਕਾਰਾਂ ਨੇ ਉਹ ਆਪਣੇ ਪੱਧਰ ਤੇ ਹੀ ਦੇ ਦੇਣ ਤੇ ਕੇਂਦਰ ਨੂੰ ਮਤਲਬ ਕਿ ਮੁਆਵਜ਼ਾ। ਹਾਂਜੀ ਹਾਂਜੀ, ਕਿਉਂਕਿ ਜੇ ਮੁਆਵਜ਼ਾ ਦਿੰਦੇ ਆ ਵੈਸੇ ਵੀ ਤੁਹਾਨੂੰ ਪਤਾ ਇੱਕ ਹੋਰ ਹਾਨੀ ਹੋਏਗੀ, ਪੂਰੀ ਹੋਣੀ ਹੋਈ। ਲੋਕਾਂ ਨੇ ਕਹਿਣਾ ਤੁਸੀਂ ਤੇ ਕਿਸਾਨ ਇਹਨਾਂ ਨੂੰ ਮੰਨਦੇ ਨਹੀਂ ਸੀਗੇ, ਤੁਹਾਡੇ ਬੰਦੇ ਤੇ ਕਹਿੰਦੇ ਸੀ ਇਹ ਕਿਸਾਨ ਨਹੀਂ ਹੈ, ਅੰਦੋਲਨ ਜੀਵੀ ਹੈ, ਖਾਲਿਸਤਾਨੀ ਹੈ, ਫਲਾਂ ਫਲਾਂ। ਸੋ ਇਸ ਕਰਕੇ ਥੋੜਾ ਜਿਹਾ ਉਧਰੋਂ ਟਾਲਾ ਵੱਟਿਆ ਜਾ ਰਿਹਾ ਔਰ ਕਾਲੀ ਕੀਤੀ ਜਾ ਰਹੀ ਆ, ਇਸ ਕਰਕੇ ਵੀ ਕਿਉਂਕਿ ਇਲੈਕਸ਼ਨ ਆ ਰਹੇ ਨੇ। ਹਾਂਜੀ, ਔਰ ਇਹ ਜਿਹੜੀ ਕਾਲ ਗਈ ਆ ਇਹ ਵੈਸਟਰਨ ਯੂਪੀ ਦੇ ਕਿਸਾਨ ਆਗੂ ਨੂੰ ਗਈ ਹੈ, ਤੇ ਇਹਦਾ ਮਤਲਬ ਕਿ ਵੈਸਟਰਨ ਯੂਪੀ ਤੇ, ਹਾਂਜੀ ਵੈਸਟਰਨ ਯੂਪੀ ਤੇ ਖਾਸ ਤੌਰ ਤੇ ਆਖਿਆ, ਔਰ ਪੰਜਾਬ ਤੇ ਜੀ, ਪੰਜਾਬ ਦੇ ਵਿੱਚ ਵੀ ਖਾਸਾ ਕੁਛ ਹੋਣ ਜਾ ਰਿਹਾ, ਹੋ ਨਹੀਂ ਰਿਹਾ, ਇਹ ਤਾਂ ਕੁਛ ਵੀ ਨਹੀਂ। ਠੀਕ ਹੈ, ਹੁਣ ਤੇ ਹਾਂਜੀ ਇਹ ਤੇ ਬਰਫ਼ ਦੀ ਨਾ ਇੱਕ ਡਲੀ ਆ ਪਾਣੀ ਤੇ ਤੇ ਢੇਲਾ ਜਿਹੜਾ ਉਹ ਥੱਲੇ ਆ ਜੀ। ਅਜੇ ਤੁਸੀਂ ਦੇਖਿਓ ਹੋਣ ਕੀ ਜਾ ਰਿਹਾ। ਐਤਕੀ ਅੱਜ ਮੈਨੂੰ ਇੱਕ ਸੱਜਣ ਦੱਸ ਰਿਹਾ ਸੀਗਾ, ਕਹਿੰਦਾ ਕਿ ਮਾਡਲ ਕੋਡ ਆਫ ਕੰਡਕਟ ਜਿਹੜਾ ਹੋਏਗਾ ਲੰਬਾ ਜਾਏਗਾ, ਐਤਕੀ ਲੰਬਾ ਜਾਏਗਾ, ਵੱਧ ਤੋਂ ਵੱਧ ਪਾਵਰ ਜਿਹੜੀ ਹੈ ਉਹ ਕੇਂਦਰੀ ਸ਼ਕਤੀਆਂ ਕੋਲ ਰਹੇਗੀ। ਠੀਕ ਹੈ ਨਾ, ਪਾਵਰ ਜਦੋਂ ਹੁਣ ਜਿਹੜੀਆਂ ਕੇਂਦਰੀ ਅਥਾਰਟੀਆਂ ਨੇ ਜਦੋਂ ਉਹਨਾਂ ਦੇ ਕੋਲ ਰਹੇਗੀ, ਹਾਂਜੀ ਹਾਂਜੀ, ਤਾਂ ਫਿਰ ਤੁਸੀਂ ਦੇਖੋਗੇ ਕਿ ਕੀ ਹੁੰਦਾ ਹੈ। ਹੁੰਦਾ, ਬਿਲਕੁਲ ਹੁੰਦਾ। ਆ ਜਿਹੜੇ ਖੰਡ ਦੇ ਖੇਡਣੇ ਆ ਨਾ, ਦੇਖਿਓ ਫਿਰ ਭੁਰਦੇ ਕਿੱਦਾਂ ਨੇ। ਅੱਛਾ, ਹੁਣ ਵੈਸਟਰਨ ਯੂਪੀ ਦੀ ਜੇ ਆਪਾਂ ਗੱਲ ਕਰੀਏ, ਉੱਥੇ ਪ੍ਰਵੀਨ ਜੀ 14 ਜ਼ਿਲ੍ਹੇ ਨੇ ਵੈਸਟਰਨ ਯੂਪੀ ਦੇ। ਠੀਕ ਹੈ, ਤਕਰੀਬਨ ਲਾ ਲਓ ਕਿ 70-75 ਸੀਟਾਂ ਨੇ ਜੀ, ਜਿੱਥੇ ਜਾਟਾਂ ਨੇ ਹੀ ਫੈਸਲਾ ਕਰਨਾ ਹੈ। ਔਰ ਉੱਥੋਂ ਦੀ ਫਾਈਟ ਜਿਹੜੀ ਤੁਸੀਂ ਦੇਖੋਗੇ ਇਸ ਮਰਤਬਾ ਯੂਪੀ ਦੀ ਫਾਈਟ, ਉਹ ਬੜੀ ਕਲੋਜ਼ ਫਾਈਟ ਹੋਣ ਜਾ ਰਹੀ ਹੈ ਨਾ। ਹਾਂਜੀ ਹਾਂਜੀ, ਚਲੋ ਮਾਰਜਨ ਕੀ ਰਹੇਗਾ ਸੀਟਾਂ ਦਾ ਉਹ ਵੱਖਰੀ ਗੱਲ ਆ, ਪਰ ਇਹ ਤੇ ਨਹੀਂ ਹੈ ਨਾ ਕਿ ਵਨ ਸਾਈਡਡ ਗੇਮ ਹੈ ਇਸ ਵਾਰ। ਇਹ ਤਾਂ ਹੈ ਨਾ ਵਿਰੋਧੀ ਤੇ ਰਹੀ। ਹਾਂਜੀ ਹਾਂਜੀ, ਵਨ ਸਾਈਡਡ ਗੇਮ ਨਹੀਂ ਹੈ ਉੱਥੇ ਜੀ, ਉੱਥੇ ਬਹੁਤ ਪੇਚ ਕਸੂਤਾ ਫਸਿਆ ਹੋਇਆ। ਸੋ ਇਸੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਿੰਨੇ ਵੀ ਹੁਣ ਤੱਕ ਆਪਾਂ ਇਹ ਤੱਥ ਜਿਹੜੇ ਵਿਚਾਰੇ ਆ ਜਾਂ ਜਿੰਨੇ ਵੀ ਸਾਡੇ ਤੱਥ ਸਾਹਮਣੇ ਆ ਸਾਡੇ, ਉਹਨਾਂ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਵੀ ਕਾਹਲੀ ਹੈ ਕਿ ਜਲਦੀ ਤੋਂ ਜਲਦੀ ਹੁਣ ਨਿਬੇੜਾ ਕੀਤਾ ਜਾਵੇ, ਕਿਉਂਕਿ ਅਮਿਤ ਸ਼ਾਹ ਨੇ ਬੀਤੇ ਦਿਨੀ ਇੱਕ ਹੋਰ ਸਟੇਟਮੈਂਟ ਦਿੱਤੀ ਆ। ਇੱਕ ਅਸੀਂ ਦੇਖੋ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਸੰਪਰਕ ਚ ਆ ਜੀ, ਸਾਡਾ ਅਲਾਈਅੰਸ ਬਣ ਸਕਦਾ ਹੈ। ਅੱਜ ਅਮਰਿੰਦਰ ਸਿੰਘ ਨੇ ਆਪਣਾ ਦਫ਼ਤਰ ਖੋਲ ਦਿੱਤਾ ਹਾਂਜੀ, ਤੇ ਢੀਂਡਸਾ ਸਾਹਿਬ ਜਲਦੀ ਮੈਨੂੰ ਲੱਗਦਾ ਪੱਤੇ ਖੋਲ ਦੇਣਗੇ, ਤਾਂ ਮਾਜਰਾ ਜਿਹੜਾ ਉਹ ਸੈੱਟ ਹੀ ਆ। ਸੋ ਇਸ ਕਰਕੇ ਮੈਨੂੰ ਲੱਗਦਾ ਆ ਕਿ ਹੁਣ ਆ ਜਿਹੜੀ 7 ਵਾਲੀ SKM ਦੀ ਮੀਟਿੰਗ ਹੋਣੀ ਆ, ਇਸ ਮੀਟਿੰਗ ਦੇ ਵਿੱਚ ਬਹੁਤ ਹੱਦ ਤੱਕ ਚੀਜ਼ਾਂ ਸਾਫ਼ ਹੋ ਜਾਣਗੀਆਂ ਕਿ ਇਸ ਅੰਦੋਲਨ ਦੀ ਮਿਆਦ ਕਿੰਨੀ ਕੁ ਰਹੇਗੀ। ਜੀ ਬਿਲਕੁਲ, ਯੂਪੀ ਦੀਆਂ ਚੋਣਾਂ ਨੂੰ ਲੈ ਕੇ ਬਹੁਤ ਸਾਰਾ ਹੋਮਵਰਕ ਤੇ ਬਹੁਤ ਸਾਰਾ ਫਰੇਮਵਰਕ ਭਾਜਪਾ ਵੱਲੋਂ ਇਸ ਵੇਲੇ ਕੀਤਾ ਜਾ ਰਿਹਾ, ਪਰ ਆਪਾਂ ਮਸਲੇ ਕੁਝ ਹੋਰ ਵੀ ਛੋਹਣੇ ਸੀਗੇ। ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਾਰਪੋਰੇਟ ਲੌਬੀ ਦੀ, ਕਾਰਪੋਰੇਟ ਘਰਾਣਿਆਂ ਦੀ, ਕਿਉਂਕਿ ਕਿਸਾਨਾਂ ਨੇ ਦੱਸਿਆ ਕਿ ਕਾਰਪੋਰੇਟ ਹੈ ਕੀ ਤੇ ਕਾਰਪੋਰੇਟ ਮੁਨਾਫਾ ਕਿਵੇਂ ਕਮਾ ਰਿਹਾ, ਖਾਸ ਕਰਕੇ ਉਦੋਂ ਜਦੋਂ ਦੂਜੀ ਸਾਰੀ ਦੁਨੀਆ ਕੋਵਿਡ ਕਰਕੇ ਘਾਟੇ 'ਚ ਸੀਗੀ। ਮਿੰਟੂ ਜੀ, ਕਿਸਾਨਾਂ ਨੇ ਦੱਸਿਆ ਬੜੇ ਸ਼ਾਨਦਾਰ ਤਰੀਕੇ ਨਾਲ, ਸਟੇਜਾਂ ਤੋਂ ਅਸੀਂ ਸੁਣਦੇ ਰਹੇ, ਲੋਕਾਂ ਨੇ ਵੀ ਸੁਣਿਆ ਕਿ ਭਾਈ ਲੁੱਟ ਇਸ ਤਰੀਕੇ ਨਾਲ ਹੋ ਰਹੀ ਆ। ਆ ਜਿਹੜਾ ਖੇਤੀ ਆ ਫੂਡ ਕਾਰਪੋਰੇਟ ਨੂੰ ਦੇਣਾ ਸੀਗਾ ਇੱਕ ਤਰੀਕੇ ਨਾਲ ਸਿੱਧੇ ਜਾਂ ਬਾਅਦ ਸਿੱਧਾ ਹੀ ਹੋ ਜਾਣਾ ਸੀਗਾ, ਪਰ ਕਿਸਾਨਾਂ ਨੂੰ ਫਸਾਉਂਦੀ ਕਾਰਪੋਰੇਟ ਕਰਨੀ ਆਪ ਕਿਵੇਂ ਫਸ ਗਏ? ਹਾਂਜੀ ਦੇਖੋ, ਇਹਦੇ ਵਿੱਚ ਨਾ ਇੱਕ ਮੈਂ ਕਹੂੰਗਾ ਕਿ ਬੜੀ ਰਾਹਤ ਵਾਲੀ ਗੱਲ ਆ ਜੀ। ਕਾਰਪੋਰੇਟ ਵਾਸਤੇ ਚਲੋ ਇੱਕ ਝਟਕਾ ਹੋ ਸਕਦਾ ਆ। ਠੀਕ ਹੈ, ਦਰਅਸਲ ਤੁਹਾਨੂੰ ਚੇਤਾ ਹੋਣਾ ਹੈ ਕਿ ਬਾਂਸਕਾਂਠਾ ਇੱਕ ਏਰੀਆ ਹੈ, ਬਾਂਸਕਾਂਠਾ ਗੁਜਰਾਤ ਦੇ ਵਿੱਚ, ਉੱਥੋਂ ਦੇ ਕੁਝ ਕਿਸਾਨਾਂ ਤੇ ਪੈਪਸੀਕੋ ਨੇ ਮੁਕੱਦਮਾ ਠੋਕ ਦਿੱਤਾ ਸੀ 2018 ਦੇ ਵਿੱਚ। ਠੀਕ ਹੈ, ਕਿਉਂਕਿ ਕੰਟਰੈਕਟ ਫਾਰਮਿੰਗ ਦਾ ਹੀ ਪੰਗਾ ਸੀਗਾ ਉੱਥੇ ਵੀ ਜੀ। ਪੈਪਸੀਕੋ ਮਤਲਬ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਬਣਾਉਂਦੀ ਆ, ਔਰ ਲੇਜ਼ ਖਾਸ ਤੌਰ ਤੇ ਉਹਨਾਂ ਦੇ ਮਸ਼ਹੂਰ ਨੇ। ਬੱਚੇ ਬੜੀ ਜਿੱਦ ਕਰਦੇ ਆ ਕਿ ਲੇਜ਼ ਲੈ ਦੇ ਮੰਮਾ, ਲੇਜ਼ ਲੈ ਦੇ। ਹਾਂਜੀ ਹਾਂਜੀ, ਉਹ ਲੇਜ਼ ਜਿਹੜੇ ਬਣਦੇ ਉਹ ਆਪਾਂ ਨੂੰ ਸਭ ਨੂੰ ਪਤਾ ਆਲੂਆਂ ਤੋਂ ਬਣਦੇ ਆ। ਆਲੂ ਇਹ ਨਹੀਂ ਹੁੰਦਾ ਜਿਹੜਾ ਆਪਾਂ ਇੱਥੇ ਉਗਾਉਂਦੇ ਆ, ਆਪਾਂ ਤੇ ਵੱਟਾਂ ਤੇ ਵੀ ਲਾ ਦਿੰਦੇ ਆ ਆਲੂ। ਹਾਂਜੀ ਹਾਂਜੀ, ਇਹ ਆਲੂ ਨਹੀਂ ਹੁੰਦਾ, ਵਿਸ਼ੇਸ਼ ਕਿਸਮ ਦਾ ਆਲੂ ਹੁੰਦਾ ਹੈ। ਠੀਕ ਆ, ਉਹ ਆਪ ਹੀ ਦਿੰਦੇ ਮੇਰੇ ਖਿਆਲ। ਹਾਂਜੀ, ਵੱਖਰੀ ਕਿਸਮ ਦਾ ਆਲੂ ਹੁੰਦਾ ਹੈ। ਤੇ ਜਿਹੜਾ ਉਹ ਆਲੂ ਹੈ ਜਿਹੜਾ ਉਸ ਟਾਈਮ ਕਿਸਾਨਾਂ ਨੇ ਬੀਜਿਆ ਤੇ ਉਹਨਾਂ ਨੇ ਦਾਅਵਾ ਕੀਤਾ ਕਿ ਨਹੀਂ ਇਹ ਤੇ ਸਾਡੀ ਇੰਟੈਲੈਕਚੁਅਲ ਪ੍ਰਾਪਰਟੀ ਹੈ। ਠੀਕ ਹੈ ਨਾ ਜੀ, ਇੰਟੈਲੈਕਚੁਅਲ ਪ੍ਰਾਪਰਟੀ ਦਾ ਮਤਲਬ ਕਿ ਇਹ ਤੁਹਾਡਾ ਪੇਟੈਂਟ ਹੈ ਜੀ,
ਇਹ ਕਿਸਾਨਾਂ ਨੇ ਬੀਜਿਆ ਵਾ ਤਾਂ ਫਿਰ ਉਹਨਾਂ ਨੇ 1 ਕਰੋੜ ਤੀਕ ਦਾ ਮੁਆਵਜ਼ਾ ਮੰਗਿਆ ਸੀ। ਪੈਪਸੀਕੋ ਨੇ ਦਾਅਵਾ ਠੋਕਿਆ ਸੀਗਾ ਜੀ। 1 ਕਰੋੜ ਦਾ ਨੋਟਿਸ ਸੀਗਾ, ਕਿਸੇ ਨੂੰ ਮੇਰੇ ਖਿਆਲ ਦੇ ਨਾਲ 20 ਲੱਖ ਦਾ ਸੀ, ਕਿਸੇ ਨੂੰ ਲਾ ਲਓ ਕਿ 70 ਲੱਖ ਦਾ, ਕਿਸੇ ਨੂੰ ਕਰੋੜ ਦਾ ਹੋ ਗਿਆ। ਇਸ ਤਰ੍ਹਾਂ 9 ਕਿਸਾਨ ਸੀਗੇ, ਉਹ ਥੋੜੇ ਕਿਸਾਨ ਨਹੀਂ 1-2 ਨਹੀਂ ਸੀਗੇ, 9 ਕਿਸਾਨ ਸੀਗੇ ਉਹ। ਚਲੋ ਜਦੋਂ ਵਿਰੋਧ ਹੋਇਆ, ਠੀਕ ਹੈ, ਫਿਰ ਉਦੋਂ ਉਹ ਮੁਕੱਦਮਾ ਤੇ ਵਾਪਸ ਲੈ ਲਿਆ ਸੀਗਾ ਇਸ ਕਾਰਪੋਰੇਟ ਕੰਪਨੀ ਨੇ। ਪਰ ਇੱਕ ਮਾਮਲਾ ਜਿਹੜਾ ਨਾ ਉਹ ਅੱਗੇ ਕਾਨੂੰਨੀ ਲੜਾਈ 'ਚ ਵਧਿਆ। ਠੀਕ ਹੈ, ਕਾਨੂੰਨੀ ਲੜਾਈ ਦਾ ਰੂਪ ਲੈ ਕੇ ਉਹ ਅੱਗੇ ਇੱਕ ਬਹਿਸ ਮੁਬਾਹਿਸੇ 'ਚ ਉੱਥੇ ਤਬਦੀਲ ਹੋਇਆ, ਜਿਹਦੇ ਵਿੱਚ ਕਵਿਤਾ ਕਰੁੰਗਤੀ ਇੱਕ ਕਾਰਕੁਨ ਆ, ਉਹਨੇ ਇਸ ਕੇਸ ਨੂੰ ਫਾਈਟ ਕੀਤਾ ਬਹੁਤ ਸ਼ਾਨਦਾਰ ਢੰਗ ਦੇ ਨਾਲ। ਠੀਕ ਹੈ, ਨਹੀਂ ਤੇ ਦੇਖੋ ਸਧਾਰਨ ਬੰਦਾ ਤੇ ਉਦਾਂ ਹੀ ਉਹ ਚੁੱਕ ਲੈਣ ਇਹੋ ਜਿਹੀਆਂ ਕੰਪਨੀਆਂ, ਬਿਲਕੁਲ ਕਿਸੇ ਕੁਰਸੀ ਤੇ ਬਿਠਾ ਦੇਣ। ਇੱਥੇ ਹੈਗੇ ਨੇ ਬਥੇਰੇ ਜਿਹੜੇ ਅਫਸਰਸ਼ਾਹੀ 'ਚ ਰਹੇ, ਏਜੰਸੀਆਂ 'ਚ ਰਹੇ, ਰਿਟਾਇਰਮੈਂਟ ਤੋਂ ਬਾਅਦ ਜੱਜ ਵੀ ਤੁਸੀਂ ਦੇਖਿਆ ਹੋਣਾ, ਰਿਟਾਇਰਮੈਂਟ ਤੋਂ ਬਾਅਦ 5 ਦਿਨ ਨਹੀਂ ਕੱਢੇ, ਜਾ ਬੈਠੇ ਵਿਸ਼ਕੇ ਜੀ। ਅੱਛਾ, ਇਹ ਉਹ ਲੋਕ ਹੁੰਦੇ ਆ ਜਿਹੜੇ ਜੁਝਾਰੂ ਹੀ ਨਹੀਂ ਹੁੰਦੇ, ਇਮਾਨ ਦੇ ਪੱਕੇ ਹੁੰਦੇ ਆ, ਵਿਕਦੇ ਨਹੀਂ ਹੈ, ਟਿਕਣ ਵਾਲੇ ਆ। ਹਾਂਜੀ, ਟਿਕਣ ਵਾਲੇ ਆ, ਵਿਕਣ ਵਾਲੇ ਨਹੀਂ ਹੈ। ਤਾਂ ਇਸ ਕਾਰਕੁਨ ਬੀਬੀ ਨੇ ਕਾਫੀ ਲੰਬੀ ਚੌੜੀ ਫਾਈਟ ਕੀਤੀ ਤੇ ਉਸ ਤੋਂ ਬਾਅਦ ਹੁਣ ਜਿਹੜਾ ਉਹਨਾਂ ਨੇ IPR ਹਾਸਲ ਕੀਤਾ ਸੀ ਨਾ, ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਕਹਿ ਲੋ, ਉਹ ਉਹਨਾਂ ਦਾ ਹੁਣ ਗਿਆ। ਅੱਛਾ, ਗਿਆ ਮਤਲਬ ਕਿ ਉਹ ਕਿਸਾਨਾਂ ਨੂੰ ਹੁਣ ਗਾਹ ਨਹੀਂ ਫਸਾ ਸਕਣਗੇ, ਕਿਉਂਕਿ ਜਿਹੜਾ ਉਹ ਸਰਟੀਫਿਕੇਟ ਮੰਗਾਉਂਦੇ ਫਿਰਦੇ ਸੀਗੇ ਕਿ ਦੇਖੋ ਜੀ ਅਸੀਂ ਇਹਦੇ ਤੇ ਰਜਿਸਟ੍ਰੇਸ਼ਨ ਹਾਸਲ ਕੀਤੀ ਹੈ। ਦਰਅਸਲ ਉਸ ਆਲੂ ਦੀ ਕਿਸਮ ਦਾ ਨਾਂ ਹੈਗਾ FL 2027। ਠੀਕ ਹੈ, ਉਹ 2003 ਚ ਇਹਨਾਂ ਨੇ US ਦੇ ਵਿੱਚ ਵਿਕਸਿਤ ਕੀਤਾ ਸੀਗਾ ਤੇ ਉਹਦਾ ਇੱਥੇ ਨਾਮ ਮੇਰੇ ਖਿਆਲ ਦੇ ਨਾਲ ਇੱਕ ਹੋਰ ਵੀ ਹੈ, ਸ਼ਾਇਦ FC5। ਠੀਕ ਹੈ, ਆਲੂ ਦੀ ਜਿਹੜੀ ਕਿਸਮ ਹੈ। ਠੀਕ ਹੈ, ਜਦੋਂ ਇਹ ਕਾਨੂੰਨੀ ਲੜਾਈ ਜਿਹੜੀ ਅੱਗੇ ਵਧੀ, ਗੱਲਾਂ ਨਿਕਲੀਆਂ, ਗੱਲਾਂ ਦੇ ਵਿੱਚੋਂ ਇੱਕ ਗੱਲ ਇਹ ਨਿਕਲੀ ਕਿ ਦਰਅਸਲ ਜੋ ਇਹਨਾਂ ਨੇ ਉਹ ਸਰਟੀਫਿਕੇਟ ਹਾਸਲ ਕੀਤਾ ਸੀਗਾ ਉਹ ਗਲਤ ਜਾਣਕਾਰੀ ਦੇ ਬਿਹਾਵ ਤੇ ਹਾਸਲ ਕੀਤਾ ਗਿਆ ਸੀ। ਫਸ ਗਏ ਕਸੂਰ ਤੇ ਜੀ। ਵਾਹ, ਇੱਕ ਨਾ ਪ੍ਰਵੀਨ ਜੀ ਕਾਨੂੰਨ ਆ, ਕਾਨੂੰਨ ਬੜੇ ਆ। ਹਾਂਜੀ, ਕਈ ਕਾਨੂੰਨ ਜਿਹੜੇ ਆ ਆਪਾਂ ਦੇਖਦੇ ਹੀ ਆ, ਕਿਸਾਨ ਵਿਰੋਧੀ ਕਹਿ ਜਾਂਦੇ, ਕਿਸਾਨ ਮਾਰੂ ਕਾਨੂੰਨ ਕਹੇ ਜਾਂਦੇ ਆ, ਇੱਕ ਕਿਸਾਨ ਪੱਖੀ ਕਾਨੂੰਨ ਵੀ ਹੁੰਦੇ ਆ। ਸਾਡੇ ਇੱਥੇ ਨਾ ਇੱਕ ਕਾਨੂੰਨ ਬਣਿਆ ਸੀਗਾ 2001 ਦੇ ਵਿੱਚ, ਕਾਫੀ ਲੰਬਾ ਚੌੜਾ ਉਹਦਾ ਨਾਮ ਆ, ਮੈਂ ਲੈਣ ਦਾ ਯਤਨ ਕਰਦਾ, ਸ਼ਾਇਦ ਉਹਦਾ ਨਾਮ ਆ ਦਾ ਪ੍ਰੋਟੈਕਸ਼ਨ ਆਫ ਪਲਾਂਟਸ, ਦਾ ਪ੍ਰੋਟੈਕਸ਼ਨ ਆਫ ਪਲਾਂਟਸ ਐਂਡ ਵੈਰਾਈਟੀਜ਼ ਐਂਡ ਫਾਰਮਰਸ ਰਾਈਟਸ ਐਕਟ। ਕਾਫੀ ਲੰਬਾ ਚੌੜਾ ਹੈ। ਮਤਲਬ ਕਿ ਜੋ ਸਾਡੀਆਂ ਕਿਸਮਾਂ ਹੁੰਦੀਆਂ ਨੇ, ਕਹਿਣ ਦਾ ਮਤਲਬ ਇਹ ਆ ਜੋ ਸਾਡੇ ਪੌਦਿਆਂ ਦੀਆਂ ਕਿਸਮਾਂ ਹੁੰਦੀਆਂ ਜਾਂ ਉਹਨਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਰਾਈਟਸ ਆ, ਉਹਨਾਂ ਵਾਸਤੇ ਇੱਕ ਬਕਾਇਦਾ ਐਕਟ ਬਣਿਆ ਹੋਇਆ, ਉਹਨਾਂ ਨੂੰ ਸੁਰੱਖਿਅਤ ਰੱਖਣਾ। ਹਾਂਜੀ, ਉਹਦੇ ਚ ਕੀ ਆ, ਬੜੀ ਦਿਲਚਸਪ ਜਾਣਕਾਰੀ ਹੈ। ਠੀਕ ਹੈ, ਇਹ ਜਾਣਕਾਰੀ ਸ਼ਾਇਦ ਮੇਰੇ ਖਿਆਲ ਦੇ ਨਾਲ ਅੱਗੇ ਜਾ ਕੇ ਸਾਡੇ ਕੰਮ ਆਏਗੀ, ਕਿਉਂਕਿ ਸੀਡ ਬਿੱਲ ਦਾ ਬਹੁਤ ਰੌਲਾ ਪੈ ਰਿਹਾ। ਬਿਲਕੁਲ, ਤੁਸੀਂ ਉਹਨੂੰ ਇਹਦੇ ਨਾਲ ਲਿੰਕ ਕਰ ਸਕਦੇ ਹੋ। ਠੀਕ ਹੈ, ਕਿਉਂਕਿ ਇਹਦੇ ਵਿੱਚ ਸਾਫ਼ ਤੌਰ ਤੇ ਪ੍ਰਬੰਧ ਆ, ਸਾਫ਼ ਤੌਰ ਤੇ ਇਹਦੇ ਵਿੱਚ ਮੱਦ ਆ, ਪ੍ਰੋਵੀਜ਼ਨ ਕਹਿ ਲੋ ਕਿ ਵੇਖੋ ਕਿਸਾਨ ਜਿਹੜਾ ਹੈ, ਲਾਈਵਲੀਹੁੱਡ ਕਹਿੰਦੇ ਨੇ ਨਾ ਆਪਾਂ, ਜਿਹਨੂੰ ਉਪਜੀਵਕਾ ਕਹਿੰਦੇ ਆ, ਹਾਂਜੀ ਹਾਂਜੀ, ਕਿ ਉਹਦੇ ਵਾਸਤੇ ਕੁਝ ਵੀ ਬੀਜ ਸਕਦਾ ਹੈ, ਕੋਈ ਵੀ ਬੀਜ ਸਕਦਾ ਹੈ। ਹਾਂ, ਉਹਦੀ ਮਤਲਬ ਕਿ ਬ੍ਰਾਂਡਿੰਗ ਵਗੈਰਾ ਨਹੀਂ ਕਰ ਸਕਦਾ ਆਪਣੇ ਪੱਧਰ ਤੇ ਜੀ, ਪਰ ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਮਤਲਬ ਕਿ ਪੰਜਾਬ ਦੇ ਵਿੱਚ ਜੇ ਵੈਰਾਈਟੀ ਹੈ ਤਾਂ ਜਾ ਕੇ ਉਹ ਗੁਜਰਾਤ ਦੇ ਵਿੱਚ ਵੀ ਬੀਜੀ ਜਾ ਸਕਦੀ ਹੈ, ਜੇ ਮਹਾਰਾਸ਼ਟਰ ਦੇ ਵਿੱਚ ਆ ਤੇ ਕਰਨਾਟਕ ਦੇ ਵਿੱਚ ਵੀ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਔਰ ਇਹ ਅੱਛਾ, ਇਸ ਕੇਸ ਦੇ ਵਿੱਚ ਇੱਥੇ ਹਾਰ ਤੇ ਗਏ ਜੀ, ਮਤਲਬ ਕਿ ਹਾਰ ਤਾਂ ਮਿਲੀ ਇਹਨਾਂ ਨੂੰ, ਕਿਉਂਕਿ ਜਦੋਂ ਇਹਨਾਂ ਨੇ ਆਪਣੇ ਕੇਸ ਵਾਪਸ ਲਏ ਸੀਗੇ ਉਦੋਂ ਹੀ ਹਾਰ ਗਏ। ਪਰ ਇੱਥੇ ਆ ਕੇ ਜਿਹੜਾ ਇਹਨਾਂ ਦਾ ਸਰਟੀਫਿਕੇਟ ਸੀ ਉਹ ਵੀ ਰੱਦ ਹੋ ਗਿਆ। ਵਾਹ, ਕਿਉਂਕਿ ਜਿਹੜਾ ਆਪਾਂ ਹੁਣ ਜ਼ਿਕਰ ਕੀਤਾ ਜਿਹੜੇ ਕਾਨੂੰਨ ਦਾ, ਹਾਂਜੀ ਹਾਂਜੀ, ਦਾ ਪ੍ਰੋਟੈਕਸ਼ਨ ਆਫ ਪਲਾਂਟਸ ਐਂਡ ਫਾਰਮਰ ਰਾਈਟਸ, ਹਾਂਜੀ, ਪਲਾਂਟਸ ਵੈਰਾਈਟੀਜ਼, ਅੱਛਾ ਠੀਕ ਹੈ, ਐਂਡ ਫਾਰਮਰਸ ਐਕਟ ਹੈ ਜਿਹੜਾ, ਇਹਦੇ ਵਿੱਚ ਇਹ ਜਾਣਕਾਰੀ ਵੀ ਨਿਕਲੀ ਕਿ ਜਿਹੜਾ ਇਹਨਾਂ ਦਾ ਅਥਾਰਟੀ ਹੈ, ਹਾਂਜੀ, ਜਿਹੜਾ ਇਸ ਕਾਨੂੰਨ ਨੂੰ ਲਾਗੂ ਕਰਾਉਣ ਵਾਸਤੇ ਅਥਾਰਟੀ ਹੈ ਜਿਹੜਾ, ਉਹਨਾਂ ਦਾ ਵੀ ਮੰਨਣਾ ਇਹ ਆ ਕਿ ਰਜਿਸਟਰਾਰ ਨੇ ਪਤਾ ਨਹੀਂ ਇਹਨਾਂ ਨੂੰ ਸਰਟੀਫਿਕੇਟ ਕਿਵੇਂ ਚੱਕ ਕੇ ਦੇ ਦਿੱਤਾ।
ਅਸਲ ਦੇ ਵਿੱਚ ਉਹ ਜਿਹੜੀ ਆਲੂ ਦੀ ਕਿਸਮ ਵਿਕਸਿਤ ਹੋਈ ਯੂਐਸ ਦੇ ਵਿੱਚ, ਲੰਬੀ ਚੌੜੀ ਡਿਬੇਟ ਆ, ਬੜੇ ਔਖੇ ਜਿਹੇ ਨਾਮ ਲੈਣੇ ਪੈਂਦੇ ਨੇ। ਅੱਛਾ, ਇਹ ਕਹਿੰਦੀ ਹੈ ਕਿ ਕਿਸੇ ਡਾਕਟਰ ਨੇ ਉਹ ਵਿਕਸਿਤ ਕੀਤੀ ਸੀ। ਠੀਕ ਹੈ। ਇਹਨਾਂ ਨੇ ਉਹ ਪੇਟੈਂਟ ਜਿਹੜਾ ਆ ਆਪਣੇ ਨਾਲ, ਜਿਹੜੀ ਇੱਥੇ, ਕਿਉਂਕਿ ਗਾਂ ਇੱਕ ਕੰਪਨੀ ਹੁੰਦੀ ਹੈ ਤੇ ਉਹਦੀਆਂ 10 ਕੰਪਨੀਆਂ ਹੋਰ ਹੁੰਦੀਆਂ, ਉਹ ਜਿਹੜੀ ਇੱਕ ਇਹਨਾਂ ਦੀ ਇੱਥੇ ਕਹਿ ਲਓ ਕਿ ਆਪ ਦੀ ਕੰਪਨੀ ਹੈ ਜਿਹੜੀ ਰੂਟ ਕੰਪਨੀ। ਹਾਂਜੀ, ਤਾਂ ਉਸ ਕੰਪਨੀ ਦੇ ਮਾਰਫਤ ਇਹਨਾਂ ਨੇ ਰਜਿਸਟ੍ਰੇਸ਼ਨ ਕਰਵਾਈ। ਉਹ ਕਹਿੰਦੇ ਰਜਿਸਟ੍ਰੇਸ਼ਨ ਬਣਦੀ ਹੋਈ ਨਹੀਂ। ਅਰੇ ਵਾਹ। 2031 ਤੱਕ, ਵੈਸੇ ਮੇਰੇ ਖਿਆਲ ਦੇ ਨਾਲ 2016 ਚ ਇਹਨਾਂ ਨੇ ਲਈ ਸੀ, 2031 ਤੱਕ ਆ ਉਹ ਵੈਲਿਡ, ਤੇ ਉਹ ਵਿੱਚੋਂ ਹੀ ਹੁਣ ਸਰਟੀਫਿਕੇਟ ਤੇ ਵੀ ਕਾਂਟਾ ਵੱਜ ਗਿਆ। ਵਾਹ। ਮਤਲਬ ਕਿ ਇਹਦੇ ਚ ਇੱਕ ਸਵਾਲ ਬੜਾ ਇੰਟਰਸਟਿੰਗ ਨਿਕਲਦਾ। ਦੂਜੀਆਂ ਚੀਜ਼ਾਂ ਚਲੋ ਪਤਾ ਨਹੀਂ ਮੈਂ ਕਾਮਯਾਬ ਰਿਹਾ ਕਿ ਨਹੀਂ ਤੁਹਾਨੂੰ ਸਮਝਾਉਣ ਚ ਜਾਂ ਦੱਸਣ ਦੇ ਵਿੱਚ, ਹਾਂਜੀ, ਪਰ ਇਹਦੇ ਚ ਇੱਕ ਬੜਾ ਵੱਡਾ ਸਵਾਲ ਹੈ ਪ੍ਰਵੀਨ ਜੀ, ਕਿ ਕਿਸ ਤਰ੍ਹਾਂ ਬਾਹਰੋਂ ਆਈਆਂ ਇਸ ਤਰ੍ਹਾਂ ਦੀਆਂ ਕਾਰਪੋਰੇਟ ਕੰਪਨੀਆਂ ਬੜੇ, ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਾਂਜੀ ਹਾਂਜੀ ਬਿਲਕੁਲ ਬੜੇ ਆਰਾਮ ਦੇ ਨਾਲ, ਬੜੇ ਆਰਾਮਦਾਇਕ ਢੰਗ ਦੇ ਨਾਲ, ਗਲਤ ਤਰੀਕੇ ਨਾਲ ਇਸ ਤਰ੍ਹਾਂ ਦੇ ਸਰਟੀਫਿਕੇਟ ਲੈ ਜਾਂਦੀਆਂ। ਇਹਦਾ ਮਤਲਬ ਹੈ ਕਿ ਥਾਂ ਥਾਂ ਤੇ ਰਿਸ਼ਵਤਖੋਰੀ, ਥਾਂ ਥਾਂ ਤੇ ਕਮਿਸ਼ਨ ਚੱਲਦਾ। ਜੀ ਜੀ। ਇਹ ਅੱਜ ਦੀ, ਜੇ ਉਹ ਮੰਨ ਲਓ ਇੱਕ ਛੋਟੀ ਜਿਹੀ ਗਲਤੀ ਨਾ ਕਰਦੇ, ਕਿਸਾਨਾਂ ਤੇ ਮੁਕੱਦਮਾ ਨਾ ਪਾਉਂਦੇ, ਤੇ ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਚੱਲੇ ਜਾਣਾ ਸੀ। ਬਿਲਕੁਲ। ਇੱਕ ਮੇਰਾ ਵੀ ਸਵਾਲ ਹੈ ਮੈਨੂੰ ਜੀ, ਤੁਸੀਂ ਜਦੋਂ ਆਪਾਂ ਇਹਨਾਂ ਕਾਨੂੰਨਾਂ ਬਾਰੇ ਜਿਹੜੇ ਖਾਰਜ ਹੋ ਗਏ ਇਹਨਾਂ ਬਾਰੇ ਡਿਸਕਸ ਕਰਦੇ ਹੁੰਦੇ ਸੀਗੇ, ਤੁਸੀਂ ਦੱਸਿਆ ਸੀਗਾ ਕਿ ਕਿਸਾਨ ਐਸਡੀਐਮ ਤੱਕ ਹੀ ਜਾ ਸਕਦਾ। ਜੇ ਤੁਸੀਂ ਸੋਚੋ ਕਿ ਜੇ ਇਹ ਕਾਨੂੰਨ ਲਾਗੂ ਹੋਏ ਹੁੰਦੇ ਤਾਂ ਇਹ ਚੋਰੀ ਕਿਹੜਾ ਫੜੀ ਜਾਣੀ ਸੀ? ਕਿਸਾਨ ਤਾਂ ਵਿਚਾਰਾ ਇੱਥੋਂ ਹੀ ਲੋਕਲ ਲੈਵਲ ਤੇ ਰਹਿ ਜਾਂਦਾ। ਉਹਦੇ ਵਿੱਚ ਪ੍ਰਬੰਧ ਇਹ ਹੈ ਕਿ ਐਸਡੀਐਮ ਤੋਂ ਗਾਂ ਵੀ ਤੁਸੀਂ ਜਾ ਸਕਦੇ ਹੋ। ਠੀਕ ਹੈ, ਜਾ ਸਕਦੇ ਹੋ, ਕੋਈ ਵੱਡੀ ਗੱਲ ਨਹੀਂ ਹੈ, ਪਰ ਕਿਸਾਨ ਵਾਸਤੇ ਬਹੁਤ ਔਖਾ ਹੋ ਜਾਂਦਾ ਨਾ ਜੇ ਤੁਸੀਂ ਮਤਲਬ ਕਿ ਗਾਂ ਏਡੀਸੀ ਕੋਲੇ ਜਾਣਾ ਹੈ ਜਾਂ ਡੀਸੀ ਕੋਲ ਜਾਣਾ ਹੈ, ਜਾਂ ਗਾਂ ਕੋਈ ਮੰਨ ਲਓ ਕੋਈ ਕਮਿਸ਼ਨ ਬੈਠਾ ਵਾ ਸਟੇਟ ਪੱਧਰ ਤੇ, ਉਹਦੇ ਵਿੱਚ ਵੀ ਇੱਕ ਝੋਲ ਆ। ਅੱਛਾ, ਜਿਹੜਾ ਤਾਂ ਹੈਗਾ ਕਾਰਪੋਰੇਟ ਜਾਂ ਕਹਿ ਲਓ ਨਿੱਜੀ ਸੈਕਟਰ ਦਾ ਪਲੇਅਰ, ਜਿਹੜੇ ਆਪਾਂ ਹੁਣ ਖੇਤੀ ਕਾਨੂੰਨਾਂ ਦੀ ਗੱਲ ਕਰ ਰਹੇ ਹਾਂ, ਹਾਂਜੀ, ਇਹਨੂੰ ਥੋੜਾ ਵੱਖ ਕਰ ਲਿਓ ਇਹਦੇ ਨਾਲ। ਅੱਛਾ, ਉਹਦੇ ਵਿੱਚ ਉਹਨੂੰ ਤਾਂ 60 ਦਿਨ ਦਿੱਤੇ ਗਏ ਨੇ ਗਾਂ ਜਾਣ ਵਾਸਤੇ, ਕਿਸਾਨ ਨੂੰ ਅੱਧੇ ਦਿਨ ਦਿੱਤੇ ਗਏ ਨੇ। ਵਾਹ। ਮਤਲਬ ਕਿ ਇੱਥੇ ਪੱਖਪਾਤ, ਮੈਂ ਇਹੀ ਨੁਕਤੇ ਤੇ ਉਦੋਂ ਨੋਟ ਕੀਤੇ ਸਨ। ਵੱਡੀ ਵੱਡੀ ਫਾਈਲ ਮੈਂ ਲਈ ਫਿਰਦਾ ਹੁੰਦਾ ਸੀਗਾ, ਮੈਂ ਖੁਦ, ਤੁਹਾਨੂੰ ਪਤਾ ਹੀ ਹੈ, ਅਬੋਰ ਦੇ ਵਿੱਚ ਆਪਣੇ ਸੁਰਜੀਤ ਕੁਮਾਰ ਜੈਣੀ ਜੀ ਨੂੰ ਵੀ ਆਖਿਆ ਸੀਗਾ ਕਿ ਆਹ ਦੇਖ ਲਓ ਜੀ, ਤੁਸੀਂ ਕਹਿੰਦੇ ਹੋ ਕਿ ਮੈਨੂੰ ਦੱਸੋ ਇਹਨਾਂ ਚ ਗਲਤ ਕੀ ਹੈ। ਇਹ ਤੇ ਸਿੱਧੇ ਤੌਰ ਤੇ ਵਿਤਕਰਾ ਹੈ, ਇੱਕ ਧਿਰ ਦੇ ਨਾਲ ਵਿਤਕਰਾ ਹੈ। ਜਿਹੜਾ ਤੁਸੀਂ ਉਹ ਰਾਈਟ ਦੇ ਐਕਟ ਦੀ ਗੱਲ ਕੀਤੀ, ਉਹ ਇੱਕ ਤਰੀਕੇ ਨਾਲ ਉਹਨੂੰ ਭੰਨਣ ਦੇ ਬਰਾਬਰ ਹੀ ਹੈ ਨਾ। ਹਾਂਜੀ, ਉਹੀ ਹੈ ਨਾ, ਉਹੀ ਚੀਜ਼ਾਂ ਨੇ। ਸੋ ਗੱਲ ਇਹ ਆ ਪ੍ਰਵੀਨ ਜੀ ਕਿ ਇਸ ਮਾਮਲੇ ਦੇ ਵਿੱਚ ਬਿਲਕੁਲ ਦਿਲਚਸਪ ਗੱਲ ਇਹ ਆ ਕਿ ਜੇ ਕਿਸਾਨਾਂ ਨੂੰ ਇਸ ਤਰ੍ਹਾਂ ਪ੍ਰੋਟੈਕਟ ਨਾ ਕੀਤਾ ਜਾਊਗਾ, ਉਹਦੇ ਪੱਖੀ ਕਿਸਾਨ ਪੱਖੀ ਕਾਨੂੰਨ ਨਹੀਂ ਹੋਣਗੇ, ਉਹਦੇ ਕੋਲ ਅਧਿਕਾਰ ਨਹੀਂ ਹੋਣਗੇ, ਇਹ ਤੇ ਉਹਨੂੰ ਗਦੀ ਗੇਟ ਚ ਪਾ ਸਕਦੇ ਆ। ਇਹ ਮੰਨ ਲਓ ਹੁਣ ਉਸ ਟਾਈਮ ਦਬਾਅ ਨਾ ਬਣਦਾ, ਹਾਂਜੀ, ਉਸ ਟਾਈਮ ਕਾਰਕੁਨ ਕਿਸਾਨਾਂ ਦੇ ਨਾਲ ਨਾ ਖਲੋਂਦੇ ਤੇ ਉਹਨਾਂ ਦੇ ਤਾਂ ਕਹਿ ਲਓ ਕਿ ਜੁੱਲੇ ਬਿਸਤਰੇ ਵਿਕ ਜਾਣੇ ਸੀਗੇ। ਜੀ ਬਿਲਕੁਲ, ਠੀਕ ਹੈ ਨਾ। ਤੇ ਕਿਸਾਨ ਜਿਹੜਾ ਇੰਡੀਆ ਦਾ ਕਿਸਾਨ ਆ 80-85%, ਉਹ ਕੋਈ ਇਸ ਤਰ੍ਹਾਂ ਦਾ ਕੋਈ ਵਪਾਰੀ ਕਿਸਾਨ ਥੋੜਾ ਹੈ। ਥੋੜਾ ਬਹੁਤਾ ਕੱਢ ਲਿਆ, ਆਪਦਾ ਢਿੱਡ ਭਰ ਲਿਆ, ਕੋਈ ਮਾੜਾ ਮੋਟਾ ਬਚਿਆ ਉਹਨੂੰ ਬਾਜ਼ਾਰ ਚ ਵੇਚ ਦਿੱਤਾ। ਬਿਲਕੁਲ ਏਦਾਂ ਹੀ। ਤੇ ਇਹ ਕਮਰਸ਼ੀਅਲੀ ਦਾਅਵੇ ਠੋਕੀ ਜਾਂਦੇ ਆ ਕਿ ਜਿਵੇਂ ਸਾਡਾ ਪੇਟੈਂਟ ਖੋ ਕੇ ਇਹਨਾਂ ਨੇ ਤੇ ਜੀ ਸਾਰੀ ਦੁਨੀਆ ਦੇ ਵਿੱਚ ਵਪਾਰ ਛੇੜ ਲਿਆ, ਜਦਕਿ ਉਹਨੂੰ ਕਾਨੂੰਨੀ ਹੱਕ ਮਿਲਿਆ। ਹਾਂਜੀ ਹਾਂਜੀ, ਕਾਨੂੰਨੀ ਹੱਕ ਮਿਲਿਆ। ਇਹ ਚੀਜ਼ ਤੁਸੀਂ ਨੋਟ ਕਰਕੇ ਰੱਖਿਓ ਕਿ ਫਾਰਮਰਸ ਨੂੰ ਇੱਕ ਤਰ੍ਹਾਂ ਨਾਲ ਇਹ ਪ੍ਰੋਟੈਕਸ਼ਨ ਦਿੱਤੀ ਗਈ ਹੈ ਕਿ ਉਹ ਵੀ ਬੀਜ ਸਕਦਾ ਵਾ। ਜੀ, ਇਸ ਗੱਲ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ, ਮਿੱਤਰਾਂ, ਕਿਸਾਨ ਭਰਾਵਾਂ ਨਾਲ ਸ਼ੇਅਰ ਕਰਿਓ ਕਿ ਤੁਹਾਡੇ ਕਾਨੂੰਨੀ ਹੱਕ ਕਿੱਥੋਂ ਤੱਕ ਵਸੀਹ ਨੇ, ਪਰ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ। ਜਾਂਦੇ ਜਾਂਦੇ ਇੱਕ ਸ਼ਾਨਦਾਰ ਜੀ ਗੱਲ ਕਰਦੇ ਆ, ਬੜੀ ਦਿਲਚਸਪ ਜੀ ਖਬਰ ਆ। ਖਬਰ ਇਹ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਰੁਪਈਏ ਧਾਰੇ ਦਿੱਤੇ ਆ ਤਾਂ ਤੁਸੀਂ 1 ਸਾਲ ਮੰਗਦੇ ਆ, 2 ਸਾਲ ਮੰਗਦੇ ਆ, 3-4 ਸਾਲ, 5 ਸਾਲਾਂ ਬਾਅਦ ਪੰਚਾਇਤ ਜਾਂ ਕਿਸੇ ਰਿਸ਼ਤੇਦਾਰ ਭੈਣ ਭਰਾ ਨੂੰ ਕਹਿ ਕੇ ਕਹਿੰਦੇ ਕਿ ਯਾਰ ਜਿੰਨੇ ਦਿੱਤੇ ਸੀ ਉਨੇ ਹੀ ਮੁੜਵਾ ਦੇ। ਚੱਲ ਬੈਂਕ ਵੀ ਏਦਾਂ ਹੀ ਕਰਦਾ, 15-20 ਸਾਲਾਂ ਬਾਅਦ ਬੈਂਕ ਕਹਿੰਦਾ ਕਿ ਚੱਲ ਮੂਲ ਹੀ ਮੋੜ ਦੇ ਭਰਾਵਾ। ਤੁਸੀਂ ਸੋਚ ਸਕਦੇ ਆ 60 ਸਾਲਾਂ ਬਾਅਦ ਪੈਸੇ ਧਾਰੇ ਮੁੜੇ ਤੇ ਰੁਪਈਏ ਵੀ 28 ਕੀ ਸੀਗੇ। ਮਿੰਟੂ ਜੀ ਤੋਂ ਸੁਣਦੇ ਆ ਪੂਰਾ ਕਿੱਸਾ। ਮਿੰਟੂ ਜੀ, ਕੀ ਇਹ ਗੱਲ ਆ? ਗੱਲ ਵਿੱਚ ਐਨਆਰਆਈ ਦਾ ਜ਼ਿਕਰ ਆ ਰਿਹਾ? ਹਾਂਜੀ, ਐਨਆਰਆਈ ਹੈ ਇਹ। ਹੁਣ ਤੇ ਬਜ਼ੁਰਗ ਹੋ ਗਏ ਆ, ਠੀਕ ਹੈ, ਯੂਐਸ ਦੇ ਵਿੱਚ ਸੈਟਲਡ ਨੇ ਜੀ, ਇਹਨਾਂ ਦੀ ਔਲਾਦ ਵੀ ਉੱਥੇ ਹੀ ਆ। ਠੀਕ ਹੈ। ਦਰਅਸਲ ਮੇਰੇ ਖਿਆਲ ਦੇ ਨਾਲ ਇਹ ਇੱਥੇ ਪਹਿਲਾਂ ਨੇਵੀ ਚ ਹੁੰਦੇ ਸਨ ਜੀ। ਜਦੋਂ 10ਵੀਂ ਚ ਪੜ੍ਹਦੇ ਸੀ ਹਿਸਾਰ ਦੇ ਵਿੱਚ, ਮਤਲਬ ਕਿ ਸਕੂਲੀ ਐਜੂਕੇਸ਼ਨ ਜਦੋਂ ਹਾਸਲ ਕਰਦੇ ਸੀ, ਤੇ ਕਿਸੇ ਹਲਵਾਈ ਦੇ ਨਾਲ ਖਾਤਾ ਚੱਲਦਾ ਸੀਗਾ। ਮਿੱਠੇ ਦੇ ਸ਼ੌਕੀਨ ਹੋਣੇ ਆ ਨਾ, ਕਈ ਬੱਚੇ ਬੜਾ ਮਿੱਠਾ ਸ਼ੌਂਕ ਨਾਲ ਖਾਂਦੇ ਨੇ। ਆ ਜਲੇਬੀ ਖਾ ਲਈ, ਆ ਰਸਗੁੱਲਾ ਖਾ ਲਿਆ, ਗੁਲਾਬ ਜਾਮਨ, ਅੱਡੋ ਅੱਡ ਟੇਸਟ ਹੁੰਦੇ ਆ। ਅੱਛਾ,
ਖਾਤਾ ਚੱਲਦਾ ਸੀਗਾ ਠੀਕ ਹੈ ਹਲਵਾਈ ਨਾਲ, ਜੀ 28 ਰੁਪਏ ਬਣ ਗਏ ਸੀ। ਅਚਾਨਕ ਇੱਕ ਦਿਨ ਭਰਤੀ ਆਈ, ਉਹ ਭਰਤੀ ਹੋ ਗਏ। ਠੀਕ ਹੈ ਫਿਰ ਕੋਈ ਲੜਾਈ ਛਿੜ ਗਈ, ਜੀ ਫਿਰ ਇਸ ਤਰ੍ਹਾਂ ਮਤਲਬ ਕਿ ਇੱਕ ਥਾਂ ਤੋਂ ਦੂਸਰੇ ਥਾਂ, ਦੂਸਰੇ ਥਾਂ ਤੋਂ ਤੀਸਰੇ ਥਾਂ, ਕਈ ਦੇਸ਼ਾਂ 'ਚ ਜਾਣਾ ਹੋ ਗਿਆ। ਜੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਥੋਂ ਮਤਲਬ ਕਿ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਠੀਕ ਹੈ ਤੇ ਰਿਹਾਇਸ਼ ਜਿਹੜੀ ਆਪਣੀ US ਕਰ ਲਈ। ਅੱਛਾ ਪਰ ਉਹਨਾਂ ਦੇ ਮਾਈਂਡ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ, ਉੱਪਲ ਸਾਹਿਬ ਉਹਨਾਂ ਦਾ ਨਾਮ ਆ, ਠੀਕ ਹੈ ਉਹ ਮਾਈਂਡ ਦੇ ਵਿੱਚ ਇਹ ਗੱਲ ਚੱਲਦੀ ਸੀਗੀ ਕਿ ਯਾਰ ਮੈਂ ਫਲਾਣੇ ਹਲਵਾਈ ਦੇ 28 ਰੁਪਏ ਦੇਣੇ ਨੇ। ਅਰੇ ਵਾਹ ਕੀ ਬਾਤ ਫਿਰ ਉਹਨਾਂ ਨੇ ਹੁਣ ਉਥੋਂ ਮਤਲਬ ਕਿ ਆਪਣਾ ਬਿਸਤਰਾ ਬੰਨਿਆ, ਠੀਕ ਹੈ ਬਸਤਾ ਪਾਇਆ, ਇੱਥੇ ਆ ਗਏ। ਜੀ ਨਾਲ ਉਹਨਾਂ ਦੇ ਪੋਤਰੇ ਹੋਣੇ ਜਾਂ ਪੁੱਤ ਹੋਣੇ ਆ, ਹੂੰ ਇੱਥੇ ਆ ਕੇ ਹਲਵਾਈ ਲੱਭਿਆ। ਕਹਿੰਦੇ ਜੀ ਹਲਵਾਈ ਤੇ 16 ਸਾਲ ਪਹਿਲਾਂ ਚੱਲ ਵਸਿਆ। ਓਹੋ ਉਹਨਾਂ ਨੇ ਫਿਰ ਹਲਵਾਈ ਦੇ ਪੋਤਰੇ ਨੂੰ, ਜਿਹੜਾ ਹੁਣ ਕੰਮਕਾਰ ਸੰਭਾਲਦਾ ਸੀ, ਉੱਥੇ ਹੀ ਹੋਣਾ ਵੀ ਹਾਂਜੀ, ਉਹਨੂੰ ਕਿਹਾ ਕਿ ਲੈ ਭਾਈ ਮਿੱਤਰਾ, ਤੇਰੇ 28 ਰੁਪਏ ਦੇਣੇ ਸਨ, ਉਹ ਮੂਲ ਆ, ਤੇ 28 ਨੂੰ ਵਿਆਜ ਲੱਗ ਕੇ 10,000 ਰੁਪਇਆ ਬਣ ਗਿਆ। ਅਰੇ ਵਾਹ 10,000 ਤੇ 28 ਰੁਪਏ ਚੁੱਕ। ਉਹ ਕਹਿੰਦਾ ਕਿ ਇਸ ਤਰ੍ਹਾਂ ਮੈਂ ਕਿਵੇਂ ਲੈ ਲਾਂ? ਗਾਂ ਉਹ ਵੀ ਵੇਖੋ ਅਰੇ ਠੀਕ ਹੈ ਕੀ ਬਾਤ ਕੈਸਾ ਸ਼ਖਸ। ਉਹ ਕਹਿੰਦਾ ਮੈਂ ਨਹੀਂ ਏਦਾਂ ਲੈ ਸਕਦਾ ਜੀ। ਜੀ ਹੋਣਗੇ, ਸਾਨੂੰ ਜਦੋਂ ਪਤਾ ਨਹੀਂ, ਅਸੀਂ ਆਪਣੇ ਹੱਥੀ ਨਹੀਂ ਦਿੱਤੇ, ਅਸੀਂ ਆਪਣੇ ਹੱਥੀ ਲੈ ਕਿਸ ਤਰ੍ਹਾਂ ਸਕਦੇ ਹਾਂ? ਠੀਕ ਹੈ ਸਹੀ ਗੱਲ, ਇਖਲਾਕ ਵੇਖ ਲਓ ਦੁਨੀਆ। ਪਰ ਫਿਰ ਉੱਥੇ ਗੱਲ ਜਦੋਂ ਚੱਲੀ, ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਤਸੱਲੀ ਵਾਸਤੇ ਗਊਸ਼ਾਲਾ 'ਚ ਦੇ ਆਓ। ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਡੇ ਸਿਰ ਤੇ ਬੋਝ ਆ, ਉਸ ਬੋਝ ਨੂੰ ਹਲਕਿਆਂ ਕਰਨ ਵਾਸਤੇ ਗਊਸ਼ਾਲਾ 'ਚ ਦਾਨ ਕਰ ਦਿਓ। ਉਹਨਾਂ ਕਿਹਾ ਨਹੀਂ, ਅਸੀਂ ਤਾਂ ਤੁਹਾਨੂੰ ਦੇਣੇ ਆ। ਉਹਨਾਂ ਕਿਹਾ ਕਿ ਚਲੋ ਠੀਕ ਆ, ਅਸੀਂ ਹੁਣ, ਤੁਸੀਂ ਇੰਨੀ ਦੂਰੋਂ ਆਏ ਹੋ, ਉਮਰ ਦਰਾਜ਼ ਆਦਮੀ ਹੋ, ਔਰ ਇੰਨਾ ਵੱਡਾ ਦਿਲ, ਇੰਨਾ ਵੱਡਾ ਜਜ਼ਬਾਤ ਵਿਖਾ ਰਹੇ ਹੋ, ਤੇ ਅਸੀਂ ਤੁਹਾਡੇ ਕੋਲੋਂ ਪੈਸੇ ਫੜ ਕੇ ਤੇ ਗਊਸ਼ਾਲਾ 'ਚ ਦੇ ਆਨੇ ਆ। ਬੜੀ ਵਧੀਆ ਮਿਸਾਲ ਆ, ਬਹੁਤ ਸ਼ਾਨਦਾਰ, ਬਹੁਤ ਵਧੀਆ ਮਿਸਾਲ ਆ। ਔਰ ਮੈਂ ਬਿਲਕੁਲ ਇਸ ਗੱਲ ਦੇ ਨਾਲ ਕਹਿ ਲੋ ਕਿ ਗਦ ਆ, ਸਹਿਮਤ ਤਾਂ ਹੈ ਹੀ ਹੈ, ਕੋਈ ਅਸਹਿਮਤ ਹੋ ਹੀ ਨਹੀਂ ਸਕਦਾ ਕਿ ਯਾਰ ਕੋਈ ਬੰਦਾ 28 ਰੁਪਏ ਧਾਰ ਲਾਉਣ ਵਾਸਤੇ ਅਮਰੀਕਾ ਤੋਂ ਚੱਲ ਕੇ ਆਵੇ। ਪਰ ਗੱਲ ਇਹ ਆ ਕਿ ਕਿਸੇ ਬੰਦੇ ਨੇ ਯਾਦ ਰੱਖਿਆ, ਕਿਸੇ ਬੰਦੇ ਨੇ ਕਿਸੇ ਦਾ ਸ਼ੁਕਰਾਨਾ ਕੀਤਾ। ਜੇ ਤੁਹਾਡੇ 'ਚ ਪ੍ਰਵੀਨ ਜੀ ਸ਼ੁਕਰਾਨਾ ਨਹੀਂ ਹੈ ਨਾ, ਤੁਸੀਂ ਜ਼ਿੰਦਗੀ 'ਚ ਕਦੇ ਕਾਮਯਾਬ ਨਹੀਂ ਹੋ ਸਕਦੇ। ਨਿੱਕੀ ਨਿੱਕੀ ਗੱਲ ਤੇ ਸ਼ੁਕਰਾਨਾ ਕਰਦੇ ਤੁਹਾਨੂੰ ਲੋਕ ਮਿਲ ਜਾਣਗੇ। ਵੇਟਰ ਨੇ ਲਿਆ ਕੇ ਰੋਟੀ ਦਿੱਤੀ ਆ, ਉਹਦੀ ਜੌਬ ਆ, ਪਰ ਕਈ ਸਿਆਣੇ ਆਦਮੀ ਉਹਨੂੰ ਥੈਂਕਸ ਕਹਿੰਦੇ ਨੇ। ਬਿਲਕੁਲ। ਵੀਅਤਨਾਮ ਜੰਗ ਦੇ ਵਿੱਚ ਨਾ, ਜਿਹੜਾ ਅਮਰੀਕੀ ਫੌਜ ਦਾ ਉਸ ਟਾਈਮ ਦਾ ਫਾਈਟਰ ਜਹਾਜ਼ ਉਡਾਉਣ ਵਾਲਾ ਜਿਹੜਾ ਸਭ ਤੋਂ ਵੱਡਾ ਅਫਸਰ ਸੀਗਾ, ਉਹ ਕਿਤੇ ਰੋਟੀ ਖਾਣ ਗਿਆ, ਮੈਨੂੰ ਨਾਂ ਭੁੱਲ ਗਿਆ, ਰੋਟੀ ਖਾਣ ਗਿਆ, ਤੇ ਜਿਹੜਾ ਵੇਟਰ ਸੀਗਾ ਉੱਥੇ ਹੋਟਲ ਦੇ ਵਿੱਚ ਬੈਠਾ ਜੌਬ ਕਰਦਾ ਸੀਗਾ, ਉਹਨੇ ਆ ਕੇ ਕਿਹਾ, ਸਰ ਕੀ ਤੁਸੀਂ ਮੈਨੂੰ ਪਛਾਣਿਆ? ਉਹਨੇ ਆਖਿਆ ਨਹੀਂ। ਤੂੰ ਕੌਣ ਆ? ਉਹਨੇ ਆਖਿਆ ਜਦੋਂ ਤੁਹਾਡਾ ਜਹਾਜ਼ ਕ੍ਰੈਸ਼ ਹੋਇਆ, ਤੁਸੀਂ ਬਚ ਗਏ ਖੁਸ਼ਕਿਸਮਤੀ ਨਾਲ, ਉਹਦਾ ਪੈਰਾਸ਼ੂਟ ਮੈਂ ਬੰਨਿਆ ਸੀ। ਅੱਛਾ ਵਾਹ। ਕਿਸੇ ਸਮੇਂ ਉਹਨੇ ਰੋਟੀ ਛੱਡ ਕੇ ਉਹਨੂੰ ਗੱਲ ਨਾਲ ਲਾ ਲਿਆ, ਉਹਦਾ ਮਤਲਬ ਕਿ ਕੋਟਨ ਕੋਟ ਸ਼ੁਕਰਾਨਾ ਕੀਤਾ। ਠੀਕ ਹੈ, ਮਤਲਬ ਕਿ ਦੇਖੋ ਕਿਸੇ ਬੰਦੇ ਨੇ, ਉਹਨੇ ਤਾਂ ਉਹਦੀ ਆਪਦੀ ਜੌਬ ਸੀ ਉਸ ਟਾਈਮ, ਫਿਰ ਬਾਅਦ ਚੋਂ ਦੂਸਰੇ ਆ ਗਿਆ ਸੈਕਟਰ ਦੇ ਵਿੱਚ ਆ ਗਿਆ, ਉਹ ਰਿਟਾਇਰਮੈਂਟ ਤੇ ਚਲੇ ਗਿਆ, ਪਰ ਉਹਨੇ ਯਾਦ ਰੱਖਿਆ ਕਿ ਹਾਂ ਇਸ ਬੰਦੇ ਦਾ ਬਹੁਤ ਵੱਡਾ ਰੋਲ ਸੀ ਮੇਰੀ ਜਾਨ ਬਚਾਉਣ ਵਿੱਚ। ਸੋ ਇਸ ਤਰ੍ਹਾਂ ਹੁੰਦਾ ਹੈ ਜ਼ਿੰਦਗੀ ਦੇ ਵਿੱਚ, ਸ਼ੁਕਰਾਨਾ, ਅਹਿਸਾਨ, ਇਹ ਜ਼ਰੂਰ ਯਾਦ ਰੱਖੇ ਜਾਣੇ ਚਾਹੀਦੇ ਆ, ਬੰਦੇ ਦੀ ਆਤਮਾ ਸ਼ੁੱਧ ਰਹਿੰਦੀ ਹੈ। ਜੀ ਬਿਲਕੁਲ। ਖਬਰਾਂ ਨੂੰ ਐਨਾਲਿਸਟ ਕਰਨਾ ਬੇਸ਼ੱਕ ਮਿੰਟੂ ਜੀ ਦੀ ਜੌਬ ਆ, ਪਰ ਜ਼ਿੰਦਗੀ ਦੇ ਸ਼ਾਨਦਾਰ ਤਜਰਬੇ ਤੇ ਕਿੱਸੇ ਸੁਣ ਲੈਣੇ ਚਾਹੀਦੇ ਸਮਾਂ ਕੱਢ ਕੇ, ਕਿਉਂਕਿ ਖਬਰਾਂ ਅਸੀਂ ਸੁਣਦੇ ਰਹਾਂਗੇ, ਮਸਲੇ ਵਿਚਾਰਦੇ ਰਹਾਂਗੇ, ਪਰ ਜ਼ਿੰਦਗੀ ਦੇ ਤਜਰਬੇ ਵੀ ਸਾਡੇ ਲਈ ਜ਼ਰੂਰੀ ਨੇ। ਮਿੰਟੂ ਜੀ ਇਹ ਸ਼ਾਨਦਾਰ ਗੱਲ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਜ਼ਰੂਰੀ ਨੇ ਸਾਰਿਆਂ ਨੂੰ, ਸਾਨੂੰ ਸਾਰਿਆਂ ਨੂੰ ਕੌੜੇ ਮਿੱਠੇ ਤਜਰਬੇ ਸਾਡੇ ਨਾਲ ਸਾਂਝੇ ਕਰਨੇ ਚਾਹੀਦੇ ਨੇ, ਪਰ ਇਹਦੇ ਲਈ ਇੱਕ ਪਰਪੱਕ ਸ਼ਬਦਾਵਲੀ ਤੇ ਇਹਦੇ ਲਈ ਕੋਈ ਸ਼ਾਨਦਾਰ ਗੱਲਾਂ ਸੁਣਾਉਣ ਦੇ ਲਈ ਤੁਹਾਡਾ ਇੱਕ ਬਾਕਮਾਲ ਲਹਿਜ਼ਾ ਵੀ ਹੋਣਾ ਬੇਹੱਦ ਜ਼ਰੂਰੀ ਹੈ। ਅਗਲੀ ਵਾਰੀ ਫਿਰ ਇਸੇ ਤਰ੍ਹਾਂ ਮਿਲਾਂਗੇ, ਗੱਲਬਾਤ ਕਰਾਂਗੇ ਕੁਝ ਅਹਿਮ ਖਬਰਾਂ ਨੂੰ ਲੈ ਕੇ, ਅਹਿਮ ਮਸਲਿਆਂ ਨੂੰ ਲੈ ਕੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।